ਹੀ ਆਪਾਂ ਪਿਆਰ ਸਤਿਕਾਰ ਦੇ ਨਾਲ ਸਰਵਣ ਕਰਕੇ ਸਵਾਸਾਂ ਨੂੰ ਸਫਲੇ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। जोड़ प्यारिया चित श्री गुरु नानक देव दे चरना नाल जोड़। जोड़ प्यारिया चित श्री गुरु नानक देव दे चरना नाल जोड़। जोड़ प्यारिया चित श्री गुरु नानक देव दे चरना नाल जोड़। जोड़ प्यारिया चित श्री गुरु नानक देव दे चरना नाल जोड़। जोड़ प्यारिया चित श्री गुरु नानक देव दे चरना नाल जोड़। जोड़ प्यारिया चित श्री गुरु नानक देव दे चरना नाल जोड़। जोड़ प्यारिया चित श्री गुरु नानक देव दे चरना नाल जोड़। जोड़ प्यारिया चित श्री गुरु नानक देव दे चरना नाल जोड़। मन दिया वागा मोड़ प्यारिया चित चरना नाल जोड़ प्यारिया। मन दिया वागा मोड़ प्यारिया चित चरना नाल जोड़ प्यारिया। मन दिया वागा मोड़ प्यारिया चित चरना नाल जोड़ प्यारिया। मन दिया वागा मोड़ प्यारिया चित चरना नाल जोड़ प्यारिया। जोड़ प्यारिया चित श्री गुरु नानक देव दे चरना नाल जोड़। जोड़ प्यारिया चित श्री गुरु नानक देव दे चरना नाल जोड़। जोड़ प्यारिया चित श्री गुरु नानक देव दे चरना नाल जोड़। जोड़ प्यारिया चित श्री गुरु नानक देव दे चरना नाल जोड़। मन दिया वागा मोड़ प्यारिया चित चरना नाल जोड़ प्यारिया। मन दिया वागा मोड़ प्यारिया चित चरना नाल जोड़ प्यारिया। मन दिया वागा मोड़ प्यारिया चित चरना नाल जोड़ प्यारिया। मन दिया वागा मोड़ प्यारिया चित चरना नाल जोड़ प्यारिया। जोड़ प्यारिया चित श्री गुरु नानक देव दे चरना नाल जोड़। जोड़ प्यारिया चित श्री गुरु नानक देव दे चरना नाल जोड़। जोड़ प्यारिया चित श्री गुरु नानक देव दे चरना नाल जोड़। जोड़ प्यारिया चित श्री गुरु नानक देव दे चरना नाल जोड़। अंदर सच्चा नेहो लाया प्रीतम आपने। तन मन होई निहाल जांगुर दिखा सामने। सो बहुत बड़े भाग ने संगतां दे जिन्हां नूं सतगुरां दे सोहणे दरबार विच हाजरी भरन दा सुभाग समा मिलिया है। सो अज दूसरी टर्न दे अखंड पाठ आरंभ होए ने।
ਬੜੀ ਸਤਿਗੁਰਾਂ ਦੀ ਕਿਰਪਾ ਵਰਤ ਰਹੀ ਹੈ। ਬਾਬਾ ਜੀ ਦੇ ਅਵਤਾਰ ਧਾਰਨ ਦੀ ਖੁਸ਼ੀ ਦੇ ਵਿੱਚ ਗੁਰਮੁਖ ਪਿਆਰੇ ਪਾਠੀ ਸਿੰਘ ਸੇਵਾਦਾਰ ਬੜੇ ਚਾਅ ਦੇ ਨਾਲ ਆਣ ਕੇ ਹਾਜ਼ਰੀਆਂ ਭਰਦੇ ਨੇ। ਇਹ ਸਾਰੀ ਹੀ ਕਿਰਪਾ ਸਤਿਗੁਰਾਂ ਦੀ ਵਰਤ ਰਹੀ ਹੈ। ਗੁਰੂ ਜੀ ਬਚਨ ਕਰਦੇ ਨੇ, ਭੂਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰ ਬਡ ਭਾਗੀ ਪਾਇਆ। ਭੂਲੇ ਮਾਰਗ, ਮਾਰਗ ਨਾਮ ਰਸਤੇ ਦਾ ਹੈ। ਜਦੋਂ ਵੀ ਜੀਵ ਸਹੀ ਜੀਵਨ ਤੋਂ ਖੁੰਝ ਜਾਂਦਾ ਹੈ, ਵਿਕਾਰਾਂ ਵਾਲੇ ਪਾਸੇ ਤੁਰ ਪੈਂਦਾ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚ ਫਸ ਜਾਂਦਾ ਹੈ, ਝੂਠ ਬੋਲਦਾ ਹੈ, ਮਾੜੀ ਸੰਗਤ ਕਰਨ ਲੱਗ ਜਾਂਦਾ ਹੈ, ਉਸ ਟਾਈਮ ਉਸਨੂੰ ਕੋਈ ਵੀ ਗੁਰੂ ਪੀਰ ਸਾਧੂ ਮਹਾਂਪੁਰਖ ਗੁਰਸਿੱਖ ਸਮਝਾਉਂਦੇ ਨੇ, ਸਮੱਤ ਦਿੰਦੇ ਨੇ। ਉਹ ਸਾਧੂ ਮਹਾਂਪੁਰਖ ਉਸਨੂੰ ਵੱਡਿਆਂ ਭਾਗਾਂ ਨਾਲ ਹੀ ਮਿਲਦੇ ਨੇ, ਚੰਗਿਆਂ ਕਰਮਾਂ ਦੇ ਨਾਲ ਮਿਲਦੇ ਨੇ। ਉਹ ਸਾਧੂ ਮਹਾਂਪੁਰਖ ਸਮੱਤ ਦਿੰਦੇ ਨੇ। ਵੇਖੋ ਹੁਣ ਗੁਰੂ ਨਾਨਕ ਪਾਤਸ਼ਾਹ ਅਵਤਾਰ ਧਾਰ ਕੇ ਆਏ ਸਤਿਗੁਰੂ, ਤੇ ਗੁਰੂ ਜੀ ਨੇ ਸਭ ਨੂੰ ਹੀ ਤਾਰਿਆ, ਸਭ ਨੂੰ ਤਾਰਿਆ। ਗੁਰੂ ਨਾਨਕ ਪਾਤਸ਼ਾਹ ਨੇ ਜਿਸ ਤੇ ਵੀ ਅੰਮ੍ਰਿਤ ਭਰੀ ਦ੍ਰਿਸ਼ਟੀ ਪਾਈ, ਉਸ ਨੂੰ ਹੀ ਤਾਰਿਆ। ਸਤਿਗੁਰਾਂ ਨੇ ਤਾਰਿਆ ਜਹਾਨ ਲਹਿਆ ਅਭਿਮਾਨ, ਜਿਨੀ ਦਰਸ਼ਨ ਪਾਇਆ, ਜਿਨੀ ਤੁਧਨੋ ਧਨ ਕਿਹਾ, ਤੈਨ ਜਮ ਨੇੜ ਨਾ ਆਇਆ। ਵੇਖੋ ਕਿਸੇ ਇੱਕ ਨੂੰ ਨਹੀਂ ਤਾਰਿਆ ਸਤਿਗੁਰਾਂ ਨੇ। ਕਿਸ ਨੂੰ ਤਾਰਿਆ? ਜਹਾਨ ਨੂੰ ਤਾਰਿਆ ਸਤਿਗੁਰਾਂ ਨੇ। ਵੇਖੋ ਜਿਸ ਤੇ ਵੀ ਅੰਮ੍ਰਿਤ ਭਰੀ ਦ੍ਰਿਸ਼ਟੀ ਪਾਈ, ਉਸ ਨੂੰ ਹੀ ਤਾਰਿਆ। ਕੋਈ ਵੀ ਆਇਆ ਸਤਿਗੁਰਾਂ ਦੀ ਦ੍ਰਿਸ਼ਟੀ ਵਿੱਚ, ਵੇਖੋ ਕੋਈ ਵੀ ਆਇਆ, ਬਚਨ ਮੰਨ ਲਏ, ਕੌਡਾ ਰਾਖਸ਼, ਉਸ ਨੂੰ ਵੀ ਸਤਿਗੁਰਾਂ ਨੇ ਵੇਖੋ ਤਾਰਿਆ। ਰਾਖਸ਼ ਸੀ ਵੇਖੋ, ਪਰ ਫਿਰ ਵੀ ਸਤਿਗੁਰਾਂ ਨੇ ਉਸ ਤੇ ਬੜੀ ਕਿਰਪਾ ਕੀਤੀ। ਵੇਖੋ ਉਸ ਨੂੰ ਵੀ ਤਾਰਿਆ ਸਤਿਗੁਰਾਂ ਨੇ, ਜਿਸ ਤੇ ਵੀ ਪਈ ਦ੍ਰਿਸ਼ਟੀ। ਸੋ ਇਸ ਕਰਕੇ ਗੁਰੂ ਮਹਾਰਾਜ ਤਾਰਨ ਵਾਸਤੇ ਆਏ ਨੇ। ਗੁਰੂ ਨਾਨਕ ਪਾਤਸ਼ਾਹ ਨਾਲ ਮਰਦਾਨਾ ਭਾਈ ਬਾਲਾ ਜੀ ਸਤਿਗੁਰੂ, ਗੁਰੂ ਜੀ ਜਾ ਰਹੇ ਨੇ। ਅੱਗੇ ਵੇਖਿਆ ਸ਼ਹਿਰ ਹੈ, ਤੇ ਗੁਰੂ ਜੀ ਸ਼ਹਿਰ ਤੋਂ ਇੱਕ ਦੋ ਕੋ ਬਾਹਰ ਹੀ ਬੈਠ ਗਏ। ਬਾਹਰ ਬੈਠੇ ਤੇ ਮਰਦਾਨੇ ਨੇ ਬੇਨਤੀ ਕਰੀ, ਸਤਿਗੁਰੂ ਕਿਰਪਾ ਕਰੋ, ਕਿਰਪਾ ਕਰੋ, ਵੀ ਭੁੱਖ ਬਹੁਤ ਲੱਗੀ ਹੈ, ਅੱਗੇ ਸ਼ਹਿਰ ਦਿਸ ਰਿਹਾ ਹੈ, ਵੀ ਸ਼ਹਿਰੋਂ ਲਿਆਵਾਂ ਕੁਝ ਭੋਜਨ ਕਰ ਲਈਏ, ਛਕ ਲਈਏ, ਆਪਾਂ ਬਹੁਤ ਦੂਰੋਂ ਆਉਂਦੇ ਹਾਂ। ਗੁਰੂ ਨਾਨਕ ਪਾਤਸ਼ਾਹ ਸਤਿਗੁਰੂ ਬਚਨ ਕਰਨ ਲੱਗੇ, ਨਹੀਂ ਮਰਦਾਨਿਆ, ਤੂੰ ਸਾਨੂੰ ਕੀਰਤਨ ਸੁਣਾ। ਸਤਿਗੁਰੂ ਜੀ ਜਿਸ ਖੇਤ ਵਿੱਚ ਬੈਠੇ ਸਨ ਨਾ, ਜ਼ਮੀਨ 'ਚ, ਉਸ ਦਾ ਮਾਲਕ ਉੱਥੇ ਗੇੜੇ ਮਾਰਦਾ ਸੀ। ਮਾਲਕ ਗੇੜੇ ਮਾਰਦਾ ਸੀ ਉਸਦਾ। ਉਸਨੇ ਆਣ ਕੇ ਵੇਖਿਆ ਵੀ ਸਾਧੂ ਪੁਰਸ਼ ਬੈਠੇ ਨੇ, ਵੀ ਚਲੋ ਕੋਈ ਨਾ, ਵੀ ਪਤਾ ਨਹੀਂ ਕਿੱਥੋਂ ਆਏ ਹੋਣਗੇ, ਬਹੁਤ ਦੂਰੋਂ ਹੋਣਗੇ ਆਏ, ਦੂਰੋਂ ਆਏ ਹੋਣਗੇ, ਬੈਠੇ ਨੇ, ਠੀਕ ਹੈ। ਮਰਦਾਨੇ ਨੇ ਫਿਰ ਬੇਨਤੀ ਕਰੀ, ਸਤਿਗੁਰੂ ਕਿਰਪਾ ਕਰੋ, ਭੁੱਖ ਬਹੁਤ ਲੱਗੀ ਹੈ, ਸ਼ਹਿਰ ਹੈ ਨੇੜੇ, ਜਾ ਕੇ ਲਿਆਵਾਂ ਕੁਝ ਛਕ ਲਈਏ ਆਪਾਂ।
ਉਹ ਜ਼ਿਮੀਂਦਾਰ ਨੇ ਜਦੋਂ ਇਹ ਸੁਣਿਆ ਨਾ, ਕੋਲੇ ਸੀ ਗੇੜੇ ਮਾਰਦਾ ਵੇਖੋ। ਉਹ ਜ਼ਿਮੀਂਦਾਰ ਕਹਿਣ ਲੱਗਿਆ, ਉਹ ਸਾਧੂ ਪਰਸ਼ੋ, ਸ਼ਹਿਰ ਵਿੱਚ ਨਾ ਜਾਇਓ, ਸ਼ਹਿਰ ਸਾਰਾ ਬੰਦ ਪਿਆ ਹੈ। 3 ਦਿਨ ਹੋ ਗਏ, ਅੱਜ ਤੀਸਰਾ ਦਿਨ ਹੈ, ਸ਼ਹਿਰ ਬੰਦ ਹੈ। ਮਰਦਾਨੇ ਨੇ ਕਿਹਾ ਵੀ ਕਿਉਂ ਬੰਦ ਹੈ ਸ਼ਹਿਰ? ਉਹ ਜ਼ਿਮੀਂਦਾਰ ਦੱਸਣ ਲੱਗਿਆ, ਕਹਿਣ ਲੱਗਿਆ ਵੀ ਜਿਹੜਾ ਇੱਥੋਂ ਦਾ ਰਾਜਾ ਸੀ ਨਾ, ਉਹ ਚੜ੍ਹਾਈ ਕਰ ਗਿਆ। ਅੱਗੇ ਗਾਂ ਉਸਦੇ ਕੋਈ ਔਲਾਦ ਹੈ ਨਹੀਂ ਸੀ, ਤੇ ਗਾਂ ਹੁਣ ਰਾਜ ਤਿਲਕ ਤੇ ਬੈਠਣ ਵਾਸਤੇ ਕੋਈ ਮਨ ਵੀ ਨਹੀਂ ਰਿਹਾ, ਕੋਈ ਤਿਆਰ ਵੀ ਨਹੀਂ ਹੁੰਦਾ। ਵਜ਼ੀਰਾਂ ਨੂੰ, ਮੰਤਰੀਆਂ ਨੂੰ ਵੀ ਕਿਹਾ, ਪਰ ਕੋਈ ਵੀ ਨਹੀਂ ਤਿਆਰ ਹੋ ਰਿਹਾ, ਤਿਆਰ ਨਹੀਂ ਹੁੰਦਾ। ਇਸ ਕਰਕੇ 3 ਦਿਨ ਹੋ ਗਏ, ਵਪਾਰ ਸਭ ਕੁਛ, ਦੁਕਾਨਾਂ ਸਭ ਬੰਦ ਨੇ। ਜੇ ਕੋਈ ਰਾਜਾ ਨਵਾਂ ਬੈਠੇਗਾ, ਵਜ਼ੀਰਾਂ ਨੂੰ ਹੁਕਮ ਕਰੇਗਾ, ਮੰਤਰੀਆਂ ਨੂੰ, ਤਾਂ ਹੀ ਫਿਰ ਵਪਾਰ ਤੁਰੇਗਾ, ਫਿਰ ਦੁਕਾਨਾਂ ਖੋਲਣਗੀਆਂ, ਫਿਰ ਕੋਈ ਨਾ ਕੋਈ ਸਮਾਨ ਮਿਲੇਗਾ। ਇਸ ਕਰਕੇ ਸਾਰਾ ਹੀ ਸ਼ਹਿਰ ਬੰਦ ਹੈ। 2 ਦਿਨ ਹੋ ਗਏ, ਅੱਜ ਤੀਸਰਾ ਦਿਨ ਹੈ। ਸ਼ਹਿਰ ਜਾਣ ਦਾ ਤੁਹਾਡਾ ਕੋਈ ਫਾਇਦਾ ਨਹੀਂ ਮਹਾਂਪੁਰਖੋ। ਉਸ ਜ਼ਿਮੀਂਦਾਰ ਨੇ ਕਿਹਾ। ਗੁਰੂ ਨਾਨਕ ਪਾਤਸ਼ਾਹ ਸਤਿਗੁਰੂ ਜੀ ਮੁਸਕਰਾਏ, ਬਚਨ ਕਰਨ ਲੱਗੇ, ਮਰਦਾਨਿਆ, ਅਸੀਂ ਤਾਂ ਤੈਨੂੰ ਪਹਿਲਾਂ ਹੀ ਬਚਨ ਕਰਿਆ ਸੀ ਕਿ ਤੂੰ ਸਾਨੂੰ ਕੀਰਤਨ ਸੁਣਾ। ਆਪਾਂ ਕਰਤਾਰ ਨੂੰ ਯਾਦ ਕਰਦੇ ਹਾਂ। ਵੇਖੋ, ਜਾਨੀ ਜਿਹੜੀ ਵਿਚਾਰ ਹੈ ਨਾ, ਵਿਚਾਰ ਹੈ ਕਿ 2 ਘੜੀਆਂ ਸਤ ਸੰਗਤ ਕਰਨ ਦੇ ਨਾਲ ਜੀਵ ਨੂੰ ਕੀ ਪ੍ਰਾਪਤ ਹੁੰਦਾ। ਹੁਣ ਆਪਾਂ ਵੀ ਘਰਾਂ ਚੋਂ ਆਏ ਹਾਂ, ਇੱਥੇ ਸਮਾਂ ਕੱਢਿਆ ਹੈ, ਕੀ ਮਿਲੇਗਾ, ਇੱਥੋਂ ਕੀ ਪ੍ਰਾਪਤ ਕਰਕੇ ਜਾਣਾ ਹੈ। ਆਪਾਂ ਕਿਸ ਤਰ੍ਹਾਂ ਜੀਵ ਦੇ ਕਰਮ ਬਣਦੇ ਨੇ, ਕਿਵੇਂ ਬਣ ਗਏ, ਕਿਸ ਤਰ੍ਹਾਂ ਦਾਤ ਮਿਲੇਗੀ। ਦੇਖੋ, ਸਮਾਂ ਹੋਇਆ, ਸ਼ਾਮ ਹੋ ਚੱਲੀ ਸੀ। ਜਿਹੜਾ ਜ਼ਿਮੀਂਦਾਰ ਸੀ ਉਹ ਫਿਰ ਚਲਾ ਗਿਆ, ਵਾਪਸ ਘਰੇ ਚਲਾ ਗਿਆ। ਤੇ ਇੰਨੇ ਸਮੇਂ ਨੂੰ ਉਸਦਾ ਪੁੱਤਰ ਆ ਗਿਆ। ਪੁੱਤਰ ਨੇ ਆਣ ਕੇ ਵੇਖਿਆ, ਜ਼ਿਮੀਂਦਾਰ ਦੇ ਪੁੱਤਰ ਨੇ ਵੀ ਸਾਧੂ ਬੈਠੇ ਨੇ, ਵੀ ਚਲੋ ਕੋਈ ਗੱਲ ਨਹੀਂ। ਫਿਰ ਮਨ ਵਿੱਚ ਸੋਚਣ ਲੱਗਿਆ ਵੀ ਪਤਾ ਨਹੀਂ ਕਿੰਨੇ ਕੁ ਟਾਈਮ ਦੇ ਹੋਣਗੇ ਆਏ ਵੇ, ਕਿੱਥੋਂ ਆਏ ਹੋਣਗੇ, ਵੀ ਇਹਨਾਂ ਦੇ ਛਕਣ ਵਾਸਤੇ ਕੋਈ ਪ੍ਰਬੰਧ ਹੈ ਨਹੀਂ, ਕੋਈ ਭੋਜਨ ਜਾਂ ਕੋਈ। ਜੇ ਪਹਿਲਾਂ ਪਤਾ ਹੁੰਦਾ ਤਾਂ ਮੈਂ ਘਰੋਂ ਲਿਆਉਂਦਾ, ਘਰੋਂ ਵੀ ਨਹੀਂ ਹੁਣ ਲਿਆ ਸਕਦੇ, ਵਾਟ ਬਹੁਤ ਪੈ ਜਾਂਦੀ ਹੈ, ਬਹੁਤ ਦੂਰ ਰਸਤਾ ਹੈ। ਵੀ ਚਲੋ ਆਪਾਂ ਸਾਧੂ ਨੇ, ਆਪਾਂ ਇਹੀ ਇਹਨਾਂ ਨੂੰ ਛਕਾ ਦਿੰਦੇ ਹਾਂ। ਛੋਲਿਆਂ ਦੇ ਬੂਟੇ ਉਹ ਪੱਟੇ, ਉਹਨਾਂ ਨੂੰ ਸੇਕ ਦਿੱਤਾ ਅੱਗ, ਜਦੋਂ ਨਰਮ ਹੋ ਗਏ ਉਹ ਵਧੀਆ, ਤੇ ਉਹ ਫਿਰ ਗੁਰੂ ਜੀ ਦੇ ਵਧੀਆ ਕਰਕੇ ਸਾਫ਼ ਤੇ ਗੁਰੂ ਜੀ ਦੇ ਅੱਗੇ ਕੋਲੇ ਰੱਖ ਦਿੱਤੇ। ਜਦੋਂ ਅੱਗੇ ਮੱਥਾ ਟੇਕਿਆ, ਰੱਖੇ, ਤੇ ਸਤਿਗੁਰੂ ਅੰਮ੍ਰਿਤ ਭਰੀ ਦ੍ਰਿਸ਼ਟੀ ਪਾਈ। ਗੁਰੂ ਨਾਨਕ ਪਾਤਸ਼ਾਹ ਜਗਤ ਦੇ ਮਾਲਕ, ਦੀਨ ਦੁਨੀਆ ਦੇ ਬਾਲੀ, ਕਿਸ ਤਰ੍ਹਾਂ ਜੀਵ ਨੂੰ ਤਾਰ ਰਹੇ ਨੇ ਸਤਿਗੁਰੂ। ਵੇਖੋ ਕਿਸ ਤਰ੍ਹਾਂ ਬਹਾਨਾ, ਕਿਸ ਤਰ੍ਹਾਂ ਵਿਧ ਬਣਦੀ। ਵੇਖੋ ਸਤਿਗੁਰਾਂ ਨੇ ਜਦੋਂ ਅੰਮ੍ਰਿਤ ਭਰੀ ਦ੍ਰਿਸ਼ਟੀ ਪਾਈ, ਮਰਦਾਨੇ ਨੂੰ ਇਸ਼ਾਰਾ ਕਰਿਆ, ਕੀਰਤਨ ਬੰਦ ਹੋਇਆ। ਸਤਿਗੁਰੂ ਜੀ ਬਚਨ ਕਰਨ ਲੱਗੇ ਵੀ ਇਹ ਤੈਨੂੰ ਕਿਸ ਨੇ ਕਿਹਾ ਹੈ, ਇਹ ਕਿਸ ਦੇ ਨੇ, ਇਹ ਕਿਉਂ ਲਿਆ ਕੇ ਰੱਖੇ ਤੂੰ? ਸਤਿਗੁਰੂ ਬਚਨ ਕਰਨ ਲੱਗੇ। ਉਹ ਕਹਿਣ ਲੱਗਿਆ ਵੀ ਇਹ ਜਿਹੜਾ ਖੇਤ ਹੈ ਨਾ, ਇਹ ਸਾਡਾ ਹੀ ਖੇਤ ਹੈ। ਪਹਿਲਾਂ ਮੇਰਾ ਪਿਤਾ ਸੀ ਇੱਥੇ, ਰਖਵਾਲੀ ਦਿਨ ਦਾ ਟਾਈਮ ਮੇਰੇ ਪਿਤਾ ਦਾ ਸੀ, ਰਾਤ ਦਾ ਟਾਈਮ ਮੇਰਾ ਹੈ। ਹੁਣ ਮੈਂ ਖੇਤ ਦੀ ਰਖਵਾਲੀ ਕਰਨ ਵਾਸਤੇ ਆਇਆ ਹਾਂ।
ਪਹਿਲਾਂ ਮੇਰਾ ਪਿਤਾ ਸੀ, ਹੁਣ ਮੇਰੀ ਵਾਰੀ ਹੈ, ਰਾਤ ਮੈਂ ਰਹਿਣਾ ਹੈ। ਇਹ ਆਪਣਾ ਹੀ ਖੇਤ ਹੈ, ਛੋਲੇ ਬੀਜੇ ਨੇ। ਮੈਂ ਸੋਚਦਾ ਸੀ ਵੀ ਛਕਣ ਵਾਸਤੇ ਕੋਈ ਹੈ ਨਹੀਂ ਹੋਰ ਭੋਜਨ, ਕੋਈ ਪਦਾਰਥ। ਇਹ ਛੋਲੇ ਬੀਜੇ ਵੇ ਨੇ ਤੇ ਇਹਨਾਂ ਨੂੰ ਸੇਕ ਦਿੱਤਾ, ਬੜੇ ਨਰਮ ਹੋ ਗਏ, ਹੋਲਾਂ ਬਣੀਆਂ ਨੇ, ਤੇ ਤੁਸੀਂ ਇਹ ਛਕ ਸਕਦੇ। ਹਾਂ, ਤੁਸੀਂ ਛਕ ਲਓ ਇਹ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਬਚਨ ਕਰਨ ਲੱਗੇ ਵੀ ਨਹੀਂ, ਅਸੀਂ ਆਏ ਨਹੀਂ ਛਕਦੇ। ਜੇ ਤੇਰੀ ਕੋਈ ਮੰਗ ਹੈ ਨਾ, ਪਹਿਲਾਂ ਤੂੰ ਕੋਈ ਮੰਗ ਲਾ, ਮੰਗ ਲਾ। ਹੁਣ ਉਹ ਮਨ ਵਿੱਚ ਸੋਚਦਾ ਵੀ ਮੈਂ ਕੀ ਮੰਗਾ। ਇਹ ਸਾਧੂ ਪੁਰਸ਼ ਨੇ, ਇਹਨਾਂ ਕੋਲੇ ਹੈ ਕੀ ਆ ਮੈਨੂੰ ਦੇਣ ਨੂੰ? ਮੈਨੂੰ ਕੀ ਦੇ ਦੇਣਗੇ ਇਹ? ਵੇਖੋ ਕੀ ਦੇ ਦੇਣਗੇ। ਵੇਖੋ ਅਕਾਲ ਪੁਰਖ ਪਰਮਾਤਮਾ ਰੱਬ ਨਾ ਛੇਤੀ ਪਛਾਣ ਨਹੀਂ ਆਉਣ ਦਿੰਦਾ ਜੀਵ ਨੂੰ। ਵੇਖੋ ਪੂਰਾ ਗੁਰੂ ਖੁਦ ਗੁਰੂ ਨਾਨਕ ਪਾਤਸ਼ਾਹ ਜਗਤ ਦੇ ਮਾਲਕ ਬਚਨ ਕਰ ਰਹੇ ਨੇ ਕਿ ਤੂੰ ਕੁਝ ਮੰਗ ਲਾ, ਪਰ ਉਹਦੇ ਮਨ ਦੇ ਵਿੱਚ ਵੇਖੋ ਫੁਰਨਾ ਬਣਦਾ। ਉਹਦੇ ਕੀ ਫੁਰਨਾ ਬਣਦਾ ਵੀ ਮੈਨੂੰ ਕੀ ਦੇ ਦੇਣਗੇ? ਇਹਨਾਂ ਕੋਲੇ ਹੈ ਕੀ ਮੈਨੂੰ ਦੇਣ ਵਾਸਤੇ? ਕੀ ਦੇ ਦੇਣਗੇ? ਆ ਇੱਕ ਕੋਲੇ ਤਾਂ ਉਹ ਸਾਜ ਫੜਿਆ ਵਾ ਹੈ, ਉਹ ਵੀ ਇਹਨਾਂ ਦਾ ਆਪਦਾ ਹੈ, ਇਹ ਤਾਂ ਮੇਰੇ ਕਿਸੇ ਕੰਮ ਨਹੀਂ ਹੈ, ਮੈਂ ਜ਼ਿਮੀਂਦਾਰ ਹਾਂ। ਤੇ ਉਹ ਦੂਸਰੇ ਕੋਲੇ ਚੌਰ ਹੈ, ਇਹ ਵੀ ਨਹੀਂ ਮੇਰੇ ਕੋਈ ਕੰਮ ਹੈ। ਕੰਮ ਮਨ ਦੇ ਵਿੱਚ ਜਾਣੀ ਵਿਚਾਰਾਂ ਕਰਦਾ, ਸੋਚਦਾ। ਸਤਿਗੁਰਾਂ ਨੇ ਫੇਰ ਬਚਨ ਕਰਿਆ, ਨਹੀਂ ਵੀ ਤੂੰ ਕੁਝ ਮੰਗ ਲਾ। ਉਹ ਕਹਿਣ ਲੱਗਾ ਨਹੀਂ, ਮੈਂ ਨਹੀਂ ਕੁਝ ਮੰਗਣਾ, ਵੀ ਮੇਰਾ ਤਾਂ ਮਨ ਦਾ ਫੁਰਨਾ ਹੀ ਹੈ ਵੀ ਆ ਜਿਹੜਾ ਹੋਲਾ ਹੈ ਨਾ, ਇਹ ਤੁਸੀਂ ਛਕ ਲਓ, ਬਸ ਇਹ ਛਕ ਲਓ, ਤੁਸੀਂ ਛਕ ਲਓ, ਭੋਜਨ ਕਰ ਲਓ। ਸਤਿਗੁਰੂ ਬਚਨ ਕਰਨ ਲੱਗੇ ਵੀ ਠੀਕ ਹੈ, ਪਰ ਤੂੰ ਸਾਡਾ ਇੱਕ ਬਚਨ ਮੰਨੀ, ਬਚਨ ਮੰਨ, ਫੇਰ ਅਸੀਂ ਛਕਾਂਗੇ। ਸਤਿਗੁਰੂ ਬਚਨ ਕਰਨ ਲੱਗੇ। ਉਹ ਕਹਿਣ ਲੱਗਾ ਵੀ ਚਲੋ ਦੱਸੋ, ਠੀਕ ਹੈ। ਸਤਿਗੁਰੂ ਬਚਨ ਕਰਨ ਲੱਗੇ ਵੀ ਜਿੰਨਾ ਟਾਈਮ ਅਸੀਂ ਇੱਥੇ ਬੈਠੇ ਆ ਨਾ, ਕੀਰਤਨ ਹੋਵੇਗਾ, ਜਿੰਨਾ ਟਾਈਮ ਅਸੀਂ ਇੱਥੇ ਬੈਠੇ ਰਹਾਂਗੇ, ਓਨਾ ਟਾਈਮ ਤੂੰ ਸਾਡੇ ਕੋਲੇ ਬੈਠੀ, ਹਾਜ਼ਰੀ ਭਰੀ, ਓਨਾ ਟਾਈਮ ਬੈਠਾ ਰਹੀ। ਮਨ 'ਚ ਸੋਚਿਆ ਸਾਧੂ ਨੇ ਬਹੁਤ ਦੂਰੋਂ ਆਏ ਨੇ, ਵੀ ਕਿੰਨਾ ਕੁ ਟਾਈਮ ਬੈਠਣਗੇ, ਹਨੇਰਾ ਤਾਂ ਹੋ ਗਿਆ, ਵੀ ਥੱਕੇ ਹੋਣਗੇ, ਥੋੜਾ ਟਾਈਮ ਬੈਠਣਗੇ ਤਾਂ ਸੌਂ ਜਾਣਗੇ, ਕੋਈ ਨਾ। ਤੇ ਆਪਾਂ ਵੀ ਸਾਰੀ ਰਾਤ ਖੇਤ ਵਿੱਚ ਰਹਿਣਾ ਹੈ, ਗੇੜਾ ਕੱਢਣਾ ਹੈ, ਵੀ ਚਲੋ ਇੰਨਾ ਟਾਈਮ ਆਪਾਂ ਇਹਨਾਂ ਦੇ ਕੋਲੇ ਬੈਠ ਜਾਵਾਂਗੇ। ਕਹਿਣ ਲੱਗਾ ਠੀਕ ਆ, ਮੈਂ ਤੁਹਾਡੇ ਕੋਲ ਹੀ ਬੈਠਾ, ਇੱਥੇ ਹੀ ਬੈਠਾ ਮੈਂ, ਪਰ ਤੁਸੀਂ ਛਕ ਲਓ। ਸਤਿਗੁਰਾਂ ਨੇ ਫਿਰ ਉਸ ਟਾਈਮ ਭੋਗ ਲਾਇਆ, ਮਰਦਾਨਾ ਜੀ ਨੇ, ਭਾਈ ਬਾਲਾ ਜੀ ਨੇ ਛਕਿਆ। ਸ਼ਾਮ ਹੋ ਚੱਲੀ ਹੈ, ਸ਼ਾਮ ਹੋ ਗਈ। ਵੇਖੋ ਕੀਰਤਨ ਵੀ ਸ਼ੁਰੂ ਹੋਇਆ ਇੱਧਰ, ਸ਼ਾਮ ਹੋ ਗਈ। ਤੇ ਹੁਣ ਉਧਰ ਸ਼ਹਿਰ ਦੇ ਵਿੱਚ, ਸ਼ਹਿਰ ਵਿੱਚ ਰੌਲਾ ਪੈਂਦਾ ਹੈ। ਰੌਲਾ ਕੀ ਪੈਂਦਾ ਵੀ ਤੀਸਰਾ ਦਿਨ ਹੈ, ਔਖਾ ਬਹੁਤ ਹੈ। 2 ਦਿਨ ਹੋ ਗਏ, ਦੁਕਾਨਾਂ, ਸ਼ਹਿਰ ਸਾਰਾ ਬੰਦ ਹੈ, ਕੋਈ ਸਮਾਨ ਨਹੀਂ ਮਿਲ ਰਿਹਾ, ਬਹੁਤ ਔਖਾ ਹੈ। ਵੇਖੋ ਔਖਾ ਹੋ ਜਾਂਦਾ ਹੈ, ਔਖਾ ਹੁੰਦਾ ਹੈ। ਵੇਖੋ ਇੱਕ ਦਿਨ ਦੁਕਾਨ ਬੰਦ ਹੋ ਜਾਵੇ ਨਾ, ਉਹ ਦੁਕਾਨਦਾਰ ਨੂੰ ਹੀ ਪਤਾ ਕਿੰਨਾ ਔਖਾ ਹੁੰਦਾ ਫਿਰ ਉਹ। ਵੇਖੋ ਇੱਕ ਦਿਨ ਦੇ ਨਾਲ, ਆ ਲੋਕਡਾਊਨ ਸੀ ਪਿੱਛੇ, ਤੇ ਕਿੰਨਾ ਔਖਾ ਸੀ। ਵੇਖੋ ਔਖਾ ਹੋ ਜਾਂਦਾ। ਵੇਖੋ ਉਹ ਕਹਿਣ ਲੱਗੇ ਰੌਲਾ ਪੈ ਰਿਹਾ ਹੈ ਵੀ ਕੋਈ ਛੇਤੀ ਰਾਜਾ ਬਣੇ, ਅੱਜ ਤੀਸਰਾ ਦਿਨ ਹੈ, ਕੋਈ ਨਾ ਕੋਈ ਨਿਰਣਾ ਲਵੋ। ਪਰਜਾ ਰੌਲਾ ਪਾਉਂਦੀ ਹੈ। ਮੰਤਰੀਆਂ ਨੂੰ, ਵਜ਼ੀਰਾਂ ਨੂੰ ਵੀ ਪੁੱਛਿਆ, ਕੋਈ ਦੱਸੋ, ਕੋਈ ਨਿਰਣਾ ਕਰੋ ਵੀ ਸਵੇਰ ਤੱਕ ਕੋਈ ਨਾ ਕੋਈ ਰਾਜਾ ਹੋਵੇ ਬਣਿਆ ਵਾ, ਸਾਨੂੰ ਔਖਾ ਹੈ ਨਹੀਂ, ਅਸੀਂ ਸਾਰਿਆਂ ਨੇ ਸ਼ਹਿਰ ਛੱਡ ਜਾਣਾ ਹੈ। ਜਦੋਂ ਐਸੀਆਂ ਗੱਲਾਂ ਬਾਤਾਂ ਕਰਨ ਲੱਗੇ, ਵਿਚਾਰਾਂ ਹੋਣ ਲੱਗੀਆਂ, ਕਹਿਣ ਲੱਗੇ ਫਿਰ ਔਖਾ ਹੈ। ਮੰਤਰੀਆਂ ਨੂੰ, ਪੁਰਾਣਿਆਂ ਨੂੰ ਪੁੱਛਿਆ, ਵਜ਼ੀਰਾਂ ਨੂੰ,
ਉਹ ਕਹਿਣ ਲੱਗਿਆ ਵੀ ਫਿਰ ਹੁਣ ਕੋਈ ਬਣਦਾ ਤਾਂ ਨਹੀਂ। ਫਿਰ ਪਹਿਲੇ ਟਾਈਮ ਸਮਿਆਂ ਦੇ ਵਿੱਚ ਇਸੇ ਤਰ੍ਹਾਂ ਹੁੰਦਾ ਸੀ ਵੀ ਸਾਰੇ ਗੇਟ ਦਰਵਾਜ਼ੇ ਆਪਾਂ ਬੰਦ ਕਰ ਦਿੰਦੇ ਹਾਂ ਸ਼ਹਿਰ ਦੇ, ਵੀ ਚੜ੍ਹਦੀ ਵਾਲੇ ਪਾਸਿਓਂ ਜਿਹੜਾ ਵੀ ਕੋਈ ਆਵੇ ਜਾਂ ਗੇਟ ਖੋਲੇਗਾ ਤੇ ਵੀ ਆਪਾਂ ਉਸ ਨੂੰ ਰਾਜਾ ਮੰਨ ਲਵਾਂਗੇ, ਚਾਹੇ ਕੋਈ ਵੀ ਹੋਵੇ, ਕਿਤੋਂ ਵੀ ਹੋਵੇ ਆਇਆ ਵਾ। ਕਹਿਣ ਲੱਗੇ ਵੀ ਠੀਕ ਹੈ, ਇਹੀ ਗੱਲ ਠੀਕ ਹੈ। ਇਸੇ ਤਰ੍ਹਾਂ ਕਰਿਆ, ਫਿਰ ਗੇਟ ਸਾਰੇ ਬੰਦ ਕਰ ਦਿੱਤੇ ਹੈ। ਗੇਟ ਕੋਲੇ ਖੜ, ਕੋਈ ਵੀ ਆਇਆ, ਸਭ ਖੜ ਗਏ ਗੇਟ ਦੇ ਕੋਲੇ, ਹਾਰ ਫੜੇ ਵੇ, ਫੁੱਲ ਫੜੇ, ਵੇਖੋ ਕੌਣ ਆਉਂਦਾ, ਰਾਜਾ। ਸਵੇਰ ਨੂੰ ਰਾਜਾ ਬਣਨਾ ਹੈ ਕਿਸੇ ਨੇ। ਤੇ ਇਧਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜਗਤ ਦੇ ਮਾਲਕ, ਦੀਨ ਦੁਨੀਆ ਦੇ ਮਾਲੀ, ਪਰਉਪਕਾਰੀ ਸਤਿਗੁਰੂ ਵੇਖੋ ਜਦੋਂ ਬੈਠੇ ਗੁਰੂ ਜੀ 12 ਸਵਾ 12 ਤੋਂ ਉੱਤੇ ਜਦੋਂ ਸਮਾਂ ਹੋ ਗਿਆ ਨਾ, 12 ਸਵਾ 12 ਤੋਂ ਉੱਤੇ ਜਦੋਂ ਸਮਾਂ ਹੋਇਆ ਤੇ ਸਤਿਗੁਰਾਂ ਨੇ ਬਚਨ ਕਰਿਆ। ਦੇਖੋ ਕਿੰਨਾ ਟਾਈਮ ਉਹ ਬੈਠਾ ਰਿਹਾ, ਸੂਰਜ ਛਿਪਣ ਤੇ ਨਾਲ ਤਕਰੀਬਨ 6-7 ਘੰਟੇ ਉਹ ਸਤਿਗੁਰਾਂ ਦੇ ਕੋਲੇ ਬੈਠਾ ਰਿਹਾ। ਵੇਖੋ ਇੰਨਾ ਟਾਈਮ ਬੈਠ ਕੇ ਉਸਨੇ ਆਪਣੇ ਸਵਾਸ ਸਫਲੇ ਕਰੇ ਕੋਲੇ ਬੈਠ ਕੇ। ਵੇਖੋ ਤੇ ਗੁਰੂ ਜੀ ਬਚਨ ਕਰਨ ਲੱਗੇ ਵੀ 12 ਸਵਾ ਤੋਂ ਹੁਣ ਸਮਾਂ ਉੱਤੇ ਹੋ ਗਿਆ, ਵੀ ਤੂੰ ਜਾਣਾ ਹੈ ਤਾਂ ਵਾਪਸ ਘਰੇ ਜਾ ਸਕਦਾ ਹੈ। ਜਦੋਂ ਉੱਠਣ ਲੱਗਿਆ ਨਾ, ਗੁਰੂ ਜੀ ਬਚਨ ਕਰਨ ਲੱਗੇ ਵੀ ਇਹਦਾ ਫਲ ਬਹੁਤ ਵੱਡਾ ਤੈਨੂੰ ਫਲ ਮਿਲੇਗਾ। ਇਹਦਾ ਫਲ ਜਿਹੜੇ ਸਾਡੇ ਕੋਲੇ ਬੈਠ ਕੇ ਸੰਗਤ ਕਰੀ ਹੈ ਨਾ, ਸਤ ਸੰਗਤ ਵਿੱਚ ਹਾਜ਼ਰੀ ਭਰੀ ਹੈ, ਇਹਦਾ ਫਲ ਇਤਨਾ ਵੱਡਾ ਮਿਲੇਗਾ ਕਿ ਤੈਨੂੰ ਯਾਦ ਵੀ ਨਹੀਂ ਆਵੇਗਾ, ਤੈਨੂੰ ਪਤਾ ਹੀ ਨਹੀਂ ਲੱਗੂਗਾ ਵੀ ਤੂੰ ਕਿਸ ਤਰ੍ਹਾਂ ਤੇ ਕਿੱਥੇ ਪੈਰ ਰੱਖਣ ਲੱਗਿਆ ਨਾ, ਉਸੇ ਟਾਈਮ ਬਹੁਤ ਫੁੱਲ ਬਰਸਾਏ ਉਸ ਤੇ, ਹਾਰ ਪਾਉਣ ਲੱਗੇ ਗਲ ਦੇ ਵਿੱਚ ਆਣ ਕੇ ਭੱਜ ਕੇ। ਉਹ ਬੜਾ ਹੈਰਾਨ ਹੋਇਆ, ਪੁੱਛਦਾ ਲੋਕ ਜਨਤਾ ਬਹੁਤ ਖੜੀ ਹੈ ਉੱਥੇ, ਬੜਾ ਰੌਲਾ ਪੈ ਰਿਹਾ, ਪਰ ਕਿਸੇ ਨੇ ਉਸ ਦੀ ਕੁਝ ਨਾ ਸੁਣਿਆ ਹੀ ਨਹੀਂ। ਹਾਰ ਫੁੱਲ ਪਾਉਂਦੇ ਨੇ ਗਲ ਦੇ ਵਿੱਚ ਆਣ ਕੇ ਭੱਜ ਕੇ, ਬੜੇ ਚਾਅ ਬੜੇ ਖੁਸ਼ੀ ਦੇ ਨਾਲ, ਪਰ ਕਿਸੇ ਨੂੰ ਨਹੀਂ ਪਤਾ ਹੈ ਕੌਣ ਹੈ ਇਹ। ਬੜੀ ਛੇਤੀ ਨਾਲ ਲੈ ਗਏ ਉਸ ਨੂੰ, ਇਸ਼ਨਾਨ ਪਾਣੀ ਕਰਾਇਆ, ਕਰਾ ਕੇ ਤੇ ਫਿਰ ਰਾਜ ਤਿਲਕ ਉਸ ਨੂੰ ਦੇ ਦਿੱਤਾ, ਤਿਲਕ ਦੇ ਦਿੱਤਾ, ਕੁਰਸੀ ਤੇ ਬਿਠਾ ਦਿੱਤਾ। ਬੜਾ ਹੈਰਾਨ, ਪੁੱਛਦਾ ਵੀ ਹੋਇਆ ਕਿ ਮੈਨੂੰ ਕੁਝ ਨਾ ਤਾਂ ਕੁਝ ਦੱਸੋ ਤਾਂ ਸਹੀ, ਮੇਰੇ ਨਾਲ ਇਸੇ ਤਰ੍ਹਾਂ ਕਿਉਂ, ਕੁਝ ਦੱਸ ਨਹੀਂ ਰਿਹਾ, ਮੈਨੂੰ ਇਹ ਰਾਜੇ ਦੀ ਕੁਰਸੀ ਤੇ ਕਿਉਂ ਬਿਠਾਇਆ, ਤਿਲਕ ਕਿਉਂ ਦਿੱਤਾ, ਕੀ ਗੱਲ ਸੀ। ਵਜ਼ੀਰਾਂ ਨੇ ਦੱਸਿਆ, ਕਹਿਣ ਲੱਗੇ ਮੰਤਰੀ ਖੜੇ ਨੇ ਵੀ ਇਸ ਟਾਈਮ ਤੁਸੀਂ ਸਾਡੇ ਰਾਜੇ ਹੋ। ਉਹ ਕਹਿਣ ਲੱਗਾ ਵੀ ਕਿਸ ਤਰ੍ਹਾਂ। ਉਹ ਕਹਿਣ ਲੱਗੇ ਵੀ ਰਾਤ ਇਹ ਨਿਰਣਾ ਹੋਇਆ ਸੀ, ਜਿਹੜਾ ਦਿਨ ਚੜ੍ਹਦੀ ਵਾਲੇ ਪਾਸਿਓਂ ਆਣ ਕੇ ਕੋਈ ਵੀ ਗੇਟ ਖੋਲੇਗਾ ਨਾ, ਉਹ ਸਾਡਾ ਰਾਜਾ ਹੋਵੇਗਾ। ਤੁਸੀਂ ਆ ਕੇ ਗੇਟ ਖੋਲਿਆ, ਹੁਣ ਤੁਸੀਂ ਸਾਡੇ ਰਾਜੇ ਹੋ। ਉਹ ਕਹਿਣ ਲੱਗਾ ਵੀ ਇਹ ਕਿਸ ਤਰ੍ਹਾਂ। ਉਹ ਕਹਿਣ ਲੱਗੇ ਵੀ ਇਹ ਸਾਡਾ ਨਿਰਣਾ ਸੀ, ਸਾਰੇ ਮੰਤਰੀਆਂ ਨੇ, ਵਜ਼ੀਰਾਂ ਨੇ, ਸਭ ਸ਼ਹਿਰ ਦਾ ਇਹ ਨਿਰਣਾ ਸੀ। ਉਹ ਬੜਾ ਹੈਰਾਨ, ਕਹਿਣ ਲੱਗਿਆ ਹਜੇ ਕੁਝ ਕੁ ਪਲ ਮੈਂ ਗਰੀਬ ਕਿਸਾਨ ਦਾ ਪੁੱਤਰ ਸੀ, ਜ਼ਿਮੀਂਦਾਰ ਦਾ ਪੁੱਤਰ ਸੀ, ਗਰੀਬ ਦਾ, ਤੇ ਕੁਝ ਪਲ ਦੇ ਵਿੱਚ ਹੀ ਮੈਂ ਕਿਵੇਂ ਰਾਜਾ ਬਣ ਗਿਆ। ਰਾਜਾ ਕਿਵੇਂ ਬਣ ਗਿਆ ਇਹ ਪਲ ਦੇ ਵਿੱਚ। ਵੇਖੋ ਪਲ ਦੇ ਵਿੱਚ ਬੈਠਾ ਸੋਚਣ ਲੱਗਿਆ,
ਸੋਚਣ ਲੱਗਿਆ ਵੀ ਕਿਸ ਤਰ੍ਹਾਂ ਹੋਇਆ, ਕਿਉਂ ਕਿਰਪਾ ਹੈ ਗੁਰੂ ਦੀ। ਵੇਖੋ ਹਾਜ਼ਰੀ ਭਰੀ ਸਤਿਗੁਰਾਂ ਦੇ ਕੋਲੇ, ਉਹ ਮਾਲਕ ਉਹ ਕੀ ਨਹੀਂ ਕਰ ਸਕਦਾ। ਵੇਖੋ ਕੀ ਨਹੀਂ, ਉਹ ਪਲ ਦੇ ਵਿੱਚ ਉਹ ਮਾਲਕ ਕੀ ਨਹੀਂ ਕਰ ਸਕਦਾ। ਕੀੜੇ ਨੂੰ ਪਾਤਸ਼ਾਹੀ ਬਖਸ਼ ਸਕਦਾ, ਉਹ ਬਾਦਸ਼ਾਹ ਬਣਾ ਸਕਦਾ। ਵੇਖੋ ਬਾਦਸ਼ਾਹ ਨੂੰ ਭਿਖਾਰੀ ਬਣਾ ਦਿੰਦਾ, ਪਲ ਦੇ ਵਿੱਚ ਉਹ ਕਰ ਸਕਦਾ ਮਾਲਕ। ਵੇਖੋ ਪਲ ਦੇ ਵਿੱਚ ਕੀ ਨਹੀਂ ਕਰ ਸਕਦਾ। ਵੇਖੋ ਬੜਾ ਹੈਰਾਨ ਬੈਠਾ ਸੋਚਦਾ, ਮੱਥੇ ਤੇ ਹੱਥ ਰੱਖ ਕੇ, ਵੀ ਇਹ ਹੋਇਆ ਕਿਵੇਂ। ਸੋਚਦੇ ਸੋਚਦੇ ਦਾ ਫਿਰ ਧਿਆਨ ਵਾਪਸ ਕਿੱਥੇ ਗਿਆ। ਉਹ ਸਾਧੂ ਬੈਠੇ ਸੀ ਨਾ, ਮਨ ਚ ਸੋਚਣ ਲੱਗਿਆ ਵੀ ਉਹ ਜਿਹੜੇ ਸਾਧੂ ਬੈਠੇ ਸੀ ਨਾ, ਉਹਨਾਂ ਨੇ ਮੈਨੂੰ ਇਹ ਬਚਨ ਕਰਿਆ ਸੀ ਵੀ ਜਿਹੜਾ ਤੂੰ ਸਾਡੇ ਕੋਲੇ ਬੈਠ ਕੇ ਹਾਜ਼ਰੀ ਭਰੀ ਆ ਨਾ, ਇੰਨਾ ਟਾਈਮ ਸਤਸੰਗ ਕੀਤਾ, ਵੀ ਇਹਦਾ ਜਿਹੜਾ ਤੈਨੂੰ ਫਲ ਮਿਲੂਗਾ ਤੂੰ ਉਹਦਾ ਯਾਦ ਵੀ ਨਹੀਂ ਤੈਨੂੰ ਹੋਊ ਵੀ ਕੈਸਾ ਫਲ ਮਿਲ ਗਿਆ, ਤੈਨੂੰ ਕਿੱਥੇ ਤੱਕ ਪਹੁੰਚਾ ਦਿੱਤਾ। ਇਹਦਾ ਫਲ ਬਹੁਤ ਵੱਡਾ ਤੈਨੂੰ ਫਲ ਮਿਲੇਗਾ, ਤੈਨੂੰ ਯਾਦ ਚੇਤੇ ਵੀ ਨਹੀਂ ਹੋਵੇਗਾ। ਵੇਖੋ ਮਨ ਚ ਫਿਰ ਉਦੋਂ ਧਿਆਨ ਆਇਆ, ਫਿਰ ਰੋਣ ਲੱਗਿਆ। ਫਿਰ ਲੈ ਕੇ ਦਿਨ ਚੜ੍ਹਦੇ ਨੂੰ ਪਰਜਾ ਨੂੰ ਨਾਲ ਮੰਤਰੀਆਂ ਨੂੰ ਸਭ ਨੂੰ ਲੈ ਕੇ ਫਿਰ ਕਿੱਥੇ ਆਇਆ, ਜਿੱਥੇ ਗੁਰੂ ਨਾਨਕ ਪਾਤਸ਼ਾਹ ਜਗਤ ਦੇ ਦੀਨ ਦੁਨੀਆ ਦੇ ਬਾਲੀ ਬੈਠੇ ਸਨ। ਆਣ ਕੇ ਫਿਰ ਚਰਨ ਪਕੜ ਲਏ ਸਤਿਗੁਰਾਂ ਦੇ, ਰੋਣ ਲੱਗ ਗਿਆ, ਬੇਨਤੀ ਕਰਨ ਲੱਗਿਆ ਕਿ ਸਾਧੂ ਪੁਰਸ਼ੋ ਮੈਨੂੰ ਦੱਸੋ ਤੁਸੀਂ ਕੌਣ ਹੋ, ਕਿੱਥੋਂ ਆਏ ਹੋ। ਮਰਦਾਨਾ ਵੀ ਬੜਾ ਹੈਰਾਨ ਵੀ ਪਹਿਲਾਂ ਤਾਂ ਕੱਪੜੇ ਕਿਸ ਤਰ੍ਹਾਂ ਦੇ ਪਾਏ ਵੀ ਸੀ, ਤੇ ਆ ਹੁਣ ਗਿਆ ਤੇ ਹੁਣ ਆਇਆ ਤੇ ਹੁਣ ਕਿਸ ਤਰ੍ਹਾਂ ਦੇ ਕੱਪੜੇ ਪਾਏ ਨੇ, ਰਾਜਿਆਂ ਵਾਲੇ ਕਿਸ ਤਰ੍ਹਾਂ ਦੇ ਕੱਪੜੇ ਪਾਏ ਨੇ। ਸੋ ਆਓ ਬਾਬਾ ਜੀ ਦੀਵਾਨ ਦੇ ਵਿੱਚ ਪਹੁੰਚ ਗਏ ਨੇ। ਸੋ ਆਪਾਂ ਵੀ ਸਾਰੇ ਸ਼ਰਧਾ ਭਾਵਨਾ ਦੇ ਨਾਲ ਆਣ ਕੇ ਬੈਠੀਏ ਦੀਵਾਨ ਦੇ ਵਿੱਚ। ਇਹ ਕਰਮਾਂ ਦੇ ਨਾਲ ਆਪਾਂ ਨੂੰ ਸਮਾਂ ਮਿਲਿਆ ਸੁਭਾਗਾ। ਹੁਣ ਲਾਹਾ ਲਈਏ ਆਪਾਂ ਇਸ ਸਰੀਰ ਦਾ, ਬੈਠੀਏ ਆਏ ਝੋਲੀਆਂ ਪੱਲੇ ਖੁੱਲੇ ਕਰਕੇ ਬੈਠੀਏ। ਕਰਮਾਂ ਨਾਲ ਆਪਾਂ ਨੂੰ ਇਹ ਸਮਾਂ ਆਪਾਂ ਨੂੰ ਸੁਭਾਗਾ ਮਿਲਿਆ ਹੈ। ਸੋ ਸਮਾਂ ਹੋਇਆ, ਵੇਖੋ ਮਰਦਾਨਾ ਜੀ ਨੇ ਫਿਰ ਦੱਸਿਆ, ਕਹਿਣ ਲੱਗਾ ਵੀ ਇਹ ਜਗਤ ਦੇ ਮਾਲਕ ਨੇ ਗੁਰੂ ਨਾਨਕ ਪਾਤਸ਼ਾਹ, ਇਹ ਦੁਨੀਆ ਨੂੰ ਤਾਰਨ ਵਾਸਤੇ ਆਏ ਨੇ। ਫਿਰ ਬਹੁਤ ਰੋਇਆ, ਬਰਾਗ ਕੀਤਾ, ਕਹਿਣ ਲੱਗਾ ਜੀ ਮੈਂ ਪਹਿਲਾਂ ਗਰੀਬ ਸੀ, ਗਰੀਬ ਜ਼ਿਮੀਂਦਾਰ ਦਾ ਪੁੱਤਰ ਸੀ, ਤੇ ਪਲ ਦੇ ਵਿੱਚ ਹੀ ਮੈਂ ਰਾਜਾ ਬਣ ਗਿਆ। ਬਣਿਆ ਤੁਹਾਡੇ ਬਚਨਾਂ ਦੇ ਨਾਲ, ਤੁਹਾਡੇ ਹੁਕਮਾਂ ਦੇ ਨਾਲ ਮੈਂ ਰਾਜਾ ਬਣ ਗਿਆ, ਪਲ ਦੇ ਵਿੱਚ ਬਣ ਗਿਆ, ਮੈਂ ਤਾਂ ਚੇਤੇ ਵੀ ਨਹੀਂ ਸੀ ਮੈਨੂੰ। ਵੇਖੋ ਕੈਸਾ ਮਾਲਕ ਹੈ, ਕੈਸਾ ਗੁਰੂ ਹੈ। ਵੇਖੋ ਆਪਣਾ ਪੂਰਾ ਗੁਰੂ ਮਿਲਿਆ ਹੁਣ। ਵੇਖੋ ਆਪਾਂ ਨੂੰ ਗੁਰੂ ਪੂਰਾ ਹੈ, ਗੁਰੂ ਪੂਰਾ ਹੈ, ਪਰ ਕਮੀ ਕਿਸ ਵਿੱਚ ਹੈ? ਕਮੀਆਂ ਸਾਡੇ ਵਿੱਚ ਨੇ, ਕਮੀਆਂ ਵੇਖੋ ਕਮੀਆਂ ਸਾਡੇ ਵਿੱਚ ਨੇ। ਅਸੀਂ ਗੁਰੂ ਦੀ ਨਹੀਂ ਮੰਨਦੇ, ਅਸੀਂ ਗੁਰੂ ਨੂੰ ਮਨਾਉਂਦੇ ਹਾਂ। ਵੇਖੋ ਪਰ ਨਹੀਂ ਬਈ, ਜੇ ਬਚਨ ਕਰਦੇ ਨੇ ਵੀ ਅੰਮ੍ਰਿਤ ਛਕ ਲਾ, ਸੋਹਣਾ ਸਿੱਖ ਬਣ, ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਕਰ। ਇਹ ਵੱਡਿਆਂ ਭਾਗਾਂ ਦੇ ਨਾਲ ਐਸੇ ਕੋਈ ਸਾਧੂ ਮਹਾਂਪੁਰਖ ਮਿਲਦੇ ਨੇ ਚੰਗੀਆਂ ਕਰਮਾਂ ਦੇ ਨਾਲ। ਵੇਖੋ ਜੀਵ ਦੇ ਜੀਵਨ ਦਾ ਪਲਟਾ ਲਿਆ ਦਿੰਦੇ ਨੇ। ਵੇਖੋ ਕਰਮਾਂ ਨਾਲ ਮਿਲਦੇ ਨੇ। ਸਮਾਂ ਹੋਇਆ, ਬੜਾ ਹੈਰਾਨ, ਕਹਿਣ ਲੱਗਾ ਜੀ ਚਲੋ ਤੁਸੀਂ ਮਹਿਲਾਂ ਦੇ ਵਿੱਚ ਹੁਣ ਕਿਰਪਾ ਕਰੋ। ਗੁਰੂ ਨਾਨਕ ਪਾਤਸ਼ਾਹ ਸਤਿਗੁਰੂ ਬਚਨ ਕਰਨ ਲੱਗੇ, ਨਹੀਂ ਵੀ ਅਸੀਂ ਨਹੀਂ ਜਾ ਸਕਦੇ, ਜਾਣਾ ਨਹੀਂ ਅਸੀਂ ਉੱਥੇ। ਕਹਿਣ ਲੱਗਾ ਫਿਰ ਕਿਰਪਾ ਕਰੋ, ਕੋਈ ਸੇਵਾ ਬਖਸ਼ੋ। ਸਤਿਗੁਰੂ ਬਚਨ ਕਰਨ ਲੱਗੇ ਵੀ ਅਸੀਂ ਇੱਥੇ ਹੀ ਬੈਠਣਾ ਹੈ, ਤੂੰ ਇੱਥੇ ਹੀ ਲਿਆ ਕੇ ਤੂੰ ਜੋ ਸੇਵਾ ਵੇਖੋ। ਤੇ ਜਦੋਂ ਗੁਰੂ ਜੀ ਜਾਣ ਲੱਗੇ ਨਾ, ਤੇ ਉਸ ਰਾਜੇ ਨੇ, ਜ਼ਿਮੀਂਦਾਰ ਦੇ ਪੁੱਤਰ ਨੇ, ਰਾਜੇ ਨੇ ਚਰਨ ਪਕੜੇ, ਕਹਿਣ ਲੱਗਾ ਜੀ ਤੁਹਾਡੇ ਤੋਂ ਬਗੈਰ ਨਹੀਂ ਰਹਿ ਸਕਦਾ, ਮੈਂ ਵੀ ਨਾਲ ਜਾਣਾ ਹੈ। ਸਤਿਗੁਰੂ ਵਚਨ ਕਰਨ ਲੱਗੇ ਵੀ ਨਹੀਂ, ਤੈਨੂੰ ਅਸੀਂ ਹੁਣ ਰਾਜ ਬਖਸ਼ਿਆ, ਰਾਜਾ ਬਣਿਆ ਹੈ, ਤੇ ਤੂੰ ਇੱਥੇ ਹੀ ਰਹਿਣਾ ਹੈ। ਤੁਹਾਡੇ ਦਰਸ਼ਨ ਕਿਰਪਾ ਕਰੋ।
ਸਤਿਗੁਰੂ ਬਚਨ ਕਰ ਲਗੇ, ਅਸੀਂ ਇੱਥੇ ਇੰਨਾ ਟਾਈਮ ਸਮਾਂ ਰਹੇ ਹਾਂ ਤੇ ਤੂੰ ਇੱਥੇ ਧਰਮਸ਼ਾਲਾ ਬਣਾ ਲਾ, ਕਮਰਾ ਪਾਲਾ, ਇੱਥੇ ਆਸਨ ਲਾ ਦੇ, ਆਸਨ ਲਾ ਦੇ। ਹਰ ਟਾਈਮ ਆਣ ਕੇ ਤੂੰ ਇੱਥੇ ਅਰਦਾਸ ਬੇਨਤੀ ਬੈਠ ਕੇ ਸਿਮਰਨ ਕਰਿਆ ਕਰ। ਜਦੋਂ ਵੀ ਤੇਰੇ ਮਨ ਦੇ ਵਿੱਚ ਚਾਹਤ ਹੋਵੇਗੀ ਨਾ, ਦਰਸ਼ਨਾਂ ਦੀ ਪਿਆਸ ਹੋਵੇਗੀ, ਉਦੋਂ ਇੱਥੇ ਆਣ ਕੇ ਤੂੰ ਕੜਾਹ ਪ੍ਰਸ਼ਾਦ ਤਿਆਰ ਕਰਕੇ ਆਸਨ ਬੇਨਤੀ ਕਰਨ ਵਿੱਚ ਦੇਰ ਹੋਵੇਗੀ, ਪਰ ਸਾਡੇ ਦਰਸ਼ਨ ਦੇਣ ਵਿੱਚ ਕੋਈ ਦੇਰ ਨਹੀਂ ਹੋਵੇਗੀ। ਸਤਿਗੁਰਾਂ ਨੇ ਬਚਨ ਕਰੇ, ਵੇਖੋ ਦਰਸ਼ਨ ਦੇਣ ਵਿੱਚ ਕੋਈ ਦੇਰ ਨਹੀਂ ਹੋਵੇਗੀ। ਹੁਣ ਕਮੀ ਕਿਸ ਵਿੱਚ ਹੈ? ਕਮੀਆਂ ਸਾਡੇ ਵਿੱਚ ਨੇ। ਕਿਉਂ ਅਸੀਂ ਸਿਮਰਨ ਨਹੀਂ ਕਰਦੇ, ਅਸੀਂ ਨਾਮ ਨਹੀਂ ਜਪਿਆ ਜਾਂਦਾ। ਬਹੁਤ ਆਉਂਦੇ ਨੇ, ਭੁਗਤਦੇ ਨੇ ਬਾਬਾ ਜੀ ਦੇ ਕੋਲੇ, ਜੀ ਕਿਰਪਾ ਕਰੋ ਜੀ, ਬਸ ਜਦੋਂ ਗੁਟਕਾ ਫੜੀਦਾ ਜੀ ਉਦੋਂ ਹੀ ਬਸ ਨੀਂਦ ਆਉਣ ਲੱਗ ਜਾਂਦੀ ਹੈ ਜੀ। ਆ ਮਾਲਾ ਫੜੀ ਹੈ ਜੀ, ਬਸ ਉਦੋਂ ਹੀ ਨੀਂਦ ਆਉਣ ਲੱਗ ਜਾਂਦੀ ਹੈ ਜੀ, ਕਿਰਪਾ ਕਰੋ। ਮਨ ਨਹੀਂ ਕਰਦਾ। ਬਾਬਾ ਜੀ ਫਿਰ ਵਚਨ ਕਰਦੇ ਵੀ ਨਹੀਂ, ਤੂੰ ਸਿਮਰਨ ਕਰ, ਮਨ ਤੇਰਾ ਹਜੇ ਮੈਲਾ ਹੈ, ਮੈਲ ਲੱਗੀ ਹੈ ਤੂੰ, ਪਰ ਸਿਮਰਨ ਨਾ ਛੱਡ। ਤੂੰ ਫੇਰ ਵੀ ਨਾਮ ਜਪੀ ਚੱਲ, ਵੀ ਤੂੰ ਤੁਰਦਾ ਫਿਰਦਾ ਨਾਮ ਜਪ। ਹੌਲੀ ਹੌਲੀ ਤੇਰੇ ਮਨ ਦੀ ਜਦੋਂ ਮੈਲ ਲੈ ਜਾਵੇਗੀ ਨਾ, ਮੈਲ ਉਤਰ ਗਈ, ਮਨ ਸਾਫ਼ ਹੋ ਗਿਆ, ਫਿਰ ਤੈਨੂੰ ਨਾਮ ਦਾ ਰਸ ਆਵੇਗਾ, ਰਸ ਆਵੇਗਾ ਫਿਰ ਤੈਨੂੰ, ਫਿਰ ਤੇਰਾ ਮਨ ਜੁੜ ਜਾਵੇਗਾ, ਜੁੜ ਜਾਵੇਗਾ। ਸੋ ਇਸ ਕਰਕੇ ਕਰਮਾਂ ਨਾਲ ਆਪਾਂ ਨੂੰ ਸਮਾਂ ਮਿਲਿਆ, ਸੁਭਾਗਾ, ਬਹੁਤ ਵੱਡੀਆਂ ਭਾਗਾਂ ਨਾਲ ਇਹ ਸਮਾਂ ਮਿਲਦਾ ਹੈ। ਇਸੇ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਨੇ, ਸਤਿਗੁਰਾਂ ਨੇ ਦੁਨੀਆ ਨੂੰ ਤਾਰਿਆ। ਹੁਣ ਵੀ ਸਤਿਗੁਰ ਤਾਰ ਰਹੇ ਨੇ। ਵੇਖੋ ਇਹ ਉਹੀ ਦਰਬਾਰ ਹੈ, ਉਹੀ ਦਰਬਾਰ ਹੈ ਵੱਡਾ, ਤੇਰਾ ਦਰਬਾਰ ਸੱਚਾ ਤੁਧ ਤਾਕਤ, ਸ਼ੇਰ ਸ਼ਾਹਾਂ ਪਾਤਸ਼ਾਹੋ ਨਿਹਚਲ ਚੌਰ ਛਤ। ਸੋ ਇਸ ਕਰਕੇ ਕਰਮਾਂ ਨਾਲ ਸਮਾਂ ਮਿਲਿਆ ਹੈ। ਸੋ ਆਓ, ਬਾਬਾ ਜੀ ਦੀਵਾਨ ਦੇ ਵਿੱਚ ਬੈਠੇ ਨੇ, ਦਰਗਾਹੀ ਬਚਨਾਂ ਦਾ ਵੀ ਸਮਾਂ ਹੈ। ਸੋ ਆਪਾਂ ਨੇ ਸਭ ਨੇ ਹੀ ਬਚਨ ਆਪਣੇ ਹਿਰਦੇ ਵਿੱਚ ਵਸਾ ਕੇ, ਝੋਲੀਆਂ ਵਿੱਚ ਪਵਾ ਕੇ ਆਪਾਂ ਆਪਣਾ ਜੀਵਨ ਸਫਲਾ ਬਣਾਉਣਾ ਹੈ। ਸੋ ਆਓ ਸਾਰੇ ਹੀ ਆਪਾਂ ਧਾਰਨਾ ਦੇ ਨਾਲ ਹਾਜ਼ਰੀ ਲਵਾਈਏ, ਕੋਈ ਵੀ ਰਸਨਾ ਵਾਂਝੀ ਨਾ ਰਹਿ ਜਾਏ।